ਸਰੀ ਵਿੱਚ ਬੱਸ ਤੋਂ ਉਤਰੇ ਇੱਕ ਵਿਅਕਤੀ ਉੱਤੇ ਕਈ ਨੌਜਵਾਨਾਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਵਿਅਕਤੀ ਦੇ ਚਾਕੂ ਮਾਰਿਆ ਗਿਆ, ਜਿਸ ਨੇ ਕਿ ਦਮ ਤੋੜ ਦਿੱਤਾ ਹੈ। ਸਰੀ ਵਿੱਚ ਵੀਰਵਾਰ ਦੀ ਰਾਤ ਨੂੰ ਇਹ ਮਾਮਲਾ ਸਾਹਮਣੇ ਆਇਆ 184 ਸਟਰੀਟ ਤੇ ਫਰੇਜ਼ਰ ਹਾਈਵੇ ਦੇ ਉੱਤੇ, ਜਿੱਥੇ ਸਰੀ ਆਰਸੀਐਮਪੀ ਦੇ ਅਧਿਕਾਰੀਆਂ ਨੂੰ ਵੀਰਵਾਰ ਦੀ ਰਾਤ ਨੂੰ 10 ਵਜੇ ਦੇ ਨੇੜੇ ਬੁਲਾਇਆ ਗਿਆ, ਜਿੱਥੇ ਕਿ ਕਾਫੀ ਗੰਭੀਰ ਹਾਲਤ ਵਿੱਚ ਇੱਕ 45 ਸਾਲ ਦਾ ਵਿਅਕਤੀ ਮੌਜੂਦ ਸੀ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਹਸਪਤਾਲ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ ਤੇ ਇਸ ਦੇ ਬਾਰੇ ਸ਼ੁੱਕਰਵਾਰ ਨੂੰ ਪੁਲਿਸ ਨੇ ਜਾਣਕਾਰੀ ਜਨਤਕ ਕੀਤੀ, ਜਿਸ ਤੋਂ ਬਾਅਦ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਸ਼ਨੀਵਾਰ ਨੂੰ ਇਸ ਦੇ ਬਾਰੇ ਟੀਮ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਚਸ਼ਮਦੀਦਾਂ ਦੀ ਭਾਲ ਕਰ ਰਹੇ ਨੇ ਤੇ ਕਿਸੇ ਨੂੰ ਵੀ ਇਸ ਦੇ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਿਸ ਦੇ ਬਾਰੇ ਦੱਸਿਆ ਗਿਆ ਕਿ ਜਿਸ 45 ਸਾਲ ਦੇ ਵਿਅਕਤੀ ਦਾ ਕਤਲ ਹੋਇਆ ਹੈ, ਦਰਅਸਲ ਉਸ ਦੀ ਇੱਕ ਲੜਕੀ ਨਾਲ ਬੱਸ ਦੇ ਵਿੱਚ ਬਹਿਸ ਹੋਈ, ਜਿਸ ਤੋਂ ਬਾਅਦ ਜਦੋਂ ਉਹ 184 ਸਟਰੀਟ ਤੇ ਫਰੇਜ਼ਰ ਹਾਈਵੇ ਦੇ ਉੱਤੇ ਬੱਸ ਦੇ ਵਿੱਚੋਂ ਉਤਰਿਆ ਤਾਂ ਕੁਝ ਦੇਰ ਬਾਅਦ ਉਸ ਦੇ ਉੱਤੇ ਕਈ ਨੌਜਵਾਨ ਉੱਥੇ ਆਏ ਤੇ ਉਹਨਾਂ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ਨੇ ਉਸ ਦੇ ਚਾਕੂ ਮਾਰ ਦਿੱਤਾ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਤਾਂ ਇੰਟੀਗ੍ਰੇਟਿਡ ਪੁਲਿਸ ਡੌਗ ਸਰਵਿਸ ਦੇ ਰਾਹੀਂ ਲੱਭ ਲਿਆ ਗਿਆ ਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਪਰ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ 45 ਸਾਲ ਦਾ ਮ੍ਰਿਤਕ ਵਿਅਕਤੀ, ਉਸ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ ਤੇ ਸ਼ੱਕੀਆਂ ਦੇ ਬਾਰੇ ਕੋਈ ਪਛਾਣ ਤਾਂ ਨਹੀਂ ਦੱਸੀ ਗਈ, ਪਰ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇਹ ਵਾਪਰਿਆ ਮੌਕੇ ਦੇ ਉੱਤੇ ਆਲੇ ਦੁਆਲੇ ਕਾਫੀ ਲੋਕ ਮੌਜੂਦ ਸਨ। ਜੇਕਰ ਕਿਸੇ ਨੇ ਵੀ ਕੁਝ ਵਾਪਰਦਾ ਵੇਖਿਆ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਦੇ ਕੋਲ ਗੱਡੀ ਦੇ ਡੈਸ਼ ਕੈਮ ਫੁਟੇਜ ਵੀ ਹੋਵੇ ਤਾਂ ਵੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 184 ਸਟਰੀਟ ਤੇ ਫਰੇਜ਼ਰ ਹਾਈਵੇ ਦੇ ਉੱਤੇ ਵੀਰਵਾਰ ਦੀ ਰਾਤ ਨੂੰ 9:50 ਤੋਂ ਲੈ ਕੇ 10:30 ਦੇ ਦਰਮਿਆਨ ਦੀ ਕਿਸੇ ਦੇ ਕੋਲ ਵੀ ਕੋਈ ਫੁਟੇਜ ਹੋਵੇ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ, ਜੋ ਕਿ ਅਗਸਤ 18 ਦਾ ਦਿਨ ਸੀ, ਜਿਸ ਦੇ ਲਈ 187755144448 ਤੇ ਫੋਨ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਆਈਹਿਟ ਨਾਲ। ਰਿਚਮੰਡ ਵਿੱਚ ਗੋਲੀਆਂ ਚੱਲੀਆਂ। ਅਗਸਤ 18 2022 ਨੂੰ ਦੁਪਹਿਰ ਦੇ 2 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਰਿਚਮੰਡ ਆਰਸੀਐਮਪੀ ਦੇ ਅਧਿਕਾਰੀਆਂ ਨੂੰ ਫਰੇਜ਼ਰ ਬੈਂਕ ਪਲੇਸ ਖੇਤਰ ਵਿੱਚ ਬੁਲਾਇਆ ਗਿਆ, ਜੋ ਕਿ ਰਿਚਮੰਡ ਦੇ ਪੂਰਬੀ ਖੇਤਰ ਵਿੱਚ ਹੈ, ਜਿੱਥੇ ਕਿ ਗੋਲੀਆਂ ਚੱਲੀਆਂ ਸਨ। ਰਿਚਮੰਡ ਆਰਸੀਐਮਪੀ ਦੀ ਸੀਰੀਅਸ ਕ੍ਰਾਈਮ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਨਿਸ਼ਾਨਾ ਧਾਰ ਕੇ ਗੋਲੀ ਚਲਾਈ ਗਈ। ਗੂੜੇ ਰੰਗ ਦਾ ਇੱਕ ਪਿਕਅਪ ਟਰੱਕ ਜੋ ਮੌਕੇ ਦੇ ਉੱਤੇ ਤੇਜ਼ ਰਫ਼ਤਾਰ ਦੇ ਵਿੱਚ ਜਾਂਦਾ ਹੋਇਆ ਦਿਖਾਈ ਦਿੱਤਾ ਗੋਲੀ ਚੱਲਣ ਤੋਂ ਬਾਅਦ, ਜਿਸ ਤੋਂ ਬਾਅਦ ਜਾਂਚ ਟੀਮ ਨੂੰ ਇੱਕ ਵਾਹਨ ਵੀ ਮਿਲਿਆ, ਜਿਸ ਦੇ ਸੰਬੰਧੀ ਸ਼ੱਕ ਹੈ ਕਿ ਉਹ ਸਰੀ ਵਿੱਚ ਵਾਪਰੀ ਇੱਕ ਘਟਨਾ ਨਾਲ ਸੰਬੰਧਿਤ ਹੈ, ਪਰ ਹਜੇ ਕਿਸੇ ਦੇ ਵੀ ਇਹਨਾਂ ਗੋਲੀਆਂ ਲੱਗਣ ਦੇ ਕਰਕੇ ਜ਼ਖਮੀ ਹੋਣ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤੇ ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਇਸ ਦੇ ਉੱਤੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ। ਜੇਕਰ ਕਿਸੇ ਹੋਰ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ, ਡੈਸ਼ ਕੈਮ ਵੀਡੀਓ ਜਾਂ ਸਿਕਿਉਰਿਟੀ ਫੁਟੇਜ ਕਿਸੇ ਕੋਲ ਹੋਵੇ ਤਾਂ ਰਿਚਮੰਡ ਆਰਸੀਐਮਪੀ ਨਾਲ 604 278 1212 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਐਬਸਫੋਰਡ ਵਿੱਚ ਇੱਕ ਘਰ ਦੇ ਵਿੱਚੋਂ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਇੱਕ ਅਣਜਾਣ ਵਿਅਕਤੀ ਨੇ ਦਾਖਲ ਹੋ ਕੇ ਕੀਤੀ, ਜੋ ਕਿ ਅਗਸਤ 15 2022 ਨੂੰ ਵਾਪਰਿਆ, ਜਦੋਂ ਰਾਤ ਦੇ 8:30 ਵਜੇ ਦੇ ਨੇੜੇ ਦਾ ਸਮਾਂ ਸੀ 2700 ਬਲਾਕ ਤੇ ਮੇਪਲ ਸਟਰੀਟ ਦੇ ਉੱਤੇ, ਜਿੱਥੇ ਇੱਕ ਅਣਜਾਣ ਵਿਅਕਤੀ ਘਰ ਦੇ ਵਿੱਚ ਦਾਖਲ ਹੋਇਆ ਤੇ ਉਸਨੇ ਬੱਚੇ ਨੂੰ ਚੁੱਕ ਕੇ ਖਿੜਕੀ ਦੇ ਰਾਹੀਂ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਬੱਚਾ ਖੁਦ ਨੂੰ ਉਸ ਤੋਂ ਛੁਡਵਾਉਣ ਦੇ ਵਿੱਚ ਸਫਲ ਰਿਹਾ, ਜਿਸ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਤੇ ਜੋ ਐਬਸਫੋਰਡ ਸ਼ਹਿਰ ਦੇ ਵਸਨੀਕਾਂ ਦੇ ਵਾਸਤੇ ਚੇਤਾਵਨੀ ਵੀ ਦਿੱਤੀ ਗਈ ਕਿ ਅਜਿਹੇ ਵਿੱਚ ਜ਼ਰੂਰੀ ਹੈ ਕਿ ਰਾਤ ਦੇ ਸਮੇਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰਕੇ ਰੱਖੇ ਜਾਣ। ਤੇ ਹੁਣ ਉਸੇ ਸ਼ੱਕੀ ਵਿਅਕਤੀ ਦਾ ਇੱਕ ਸਕੈਚ ਜਾਰੀ ਕੀਤਾ ਗਿਆ ਹੈ ਤਾਂ ਕਿ ਜੇਕਰ ਇਸ ਨੂੰ ਕੋਈ ਵੀ ਪਛਾਣਦਾ ਹੋਵੇ ਤਾਂ ਪੁਲਿਸ ਨੂੰ ਜ਼ਰੂਰ ਦੱਸਿਆ ਜਾਵੇ, ਜਿਸ ਦੇ ਬਾਰੇ ਦੱਸਿਆ ਗਿਆ ਕਿ ਉਹ ਗੂੜੇ ਰੰਗ ਦੀ ਚਮੜੀ ਵਾਲਾ ਵਿਅਕਤੀ, ਜਿਸ ਦੀ ਕਿ 40 ਸਾਲ ਦੇ ਨੇੜੇ ਉਮਰ ਸੀ, 5 ਫੁੱਟ 10 ਇੰਚ ਦੇ ਨੇੜੇ ਕੱਦ ਸੀ, ਭੂਰੇ ਛੋਟੇ ਵਾਲ, ਪੂਰੀ ਦਾੜੀ ਸੀ ਉਸਦੇ ਮੂੰਹ ਉੱਤੇ ਤੇ ਉਸਨੇ ਨੱਕ ਬਣਵਾਇਆ ਹੋਇਆ ਸੀ, ਜਿਸ ਦੀ ਖੱਬੀ ਬਾਹ ਦੇ ਉੱਤੇ ਇੱਕ ਫੁੱਲ ਦਾ ਟੈਟੂ ਵੀ ਬਣਿਆ ਹੋਇਆ ਸੀ ਤੇ ਉਸ ਸਮੇਂ ਉਸਨੇ ਨੀਲੇ ਰੰਗ ਦੀ ਜੀਨ ਪਾਈ ਹੋਈ ਸੀ, ਅੱਧੀਆਂ ਬਾਹਾਂ ਵਾਲੀ ਟੀ-ਸ਼ਰਟ ਪਾਈ ਹੋਈ ਸੀ ਤੇ ਨੀਲੇ ਤੇ ਸਫੇਦ ਬੂਟ ਪਾਏ ਹੋਏ ਸਨ।
ਜੇਕਰ ਕੋਈ ਵੀ ਇਸ ਵਿਅਕਤੀ ਨੂੰ ਪਛਾਣਦਾ ਹੋਵੇ ਤਾਂ ਤੁਰੰਤ ਐਬਸਫੋਰਡ ਪੁਲਿਸ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਐਬਸਫੋਰਡ ਪੁਲਿਸ ਨਾਲ 604 859 5225 ਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਟੋਰਾਂਟੋ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਵਾਹਨ ਨਾਲ 2 ਸਾਲ ਦੇ ਬੱਚੇ ਦੀ ਟੱਕਰ ਹੋ ਗਈ ਤੇ ਉਸ ਬੱਚੇ ਨੇ ਦਮ ਤੋੜ ਦਿੱਤਾ। ਵੀਰਵਾਰ ਦੀ ਸ਼ਾਮ ਨੂੰ ਮਿਮਿਕੋ ਭਾਈਚਾਰੇ ਵਿੱਚ ਇਹ ਵਾਪਰਿਆ। ਟੋਰਾਂਟੋ ਪੁਲਿਸ ਤੇ ਐਮਰਜੈਂਸੀ ਟੀਮ ਨੂੰ ਦਰਅਸਲ ਇੱਕ ਅਪਾਰਟਮੈਂਟ ਬਿਲਡਿੰਗ ਦੀ ਪਾਰਕਿੰਗ ਲਾਟ ਵਿੱਚ ਬੁਲਾਇਆ ਗਿਆ, ਜੋ ਕਿ ਐਲਬਰਟ ਐਵੇਨਿਊ ਤੇ ਲੇਕ ਸ਼ੋਰ ਬੁਲੇਵਾਰਡ ਵੈਸਟ ਦੇ ਨੇੜੇ ਹੈ, ਜਿੱਥੇ ਕਿ ਵੀਰਵਾਰ ਦੀ ਸ਼ਾਮ ਨੂੰ 7:30 ਵਜੇ ਦੇ ਨੇੜੇ ਦਾ ਸਮਾਂ ਸੀ, ਜਿੱਥੇ ਜਦੋਂ ਵਾਹਨ ਬੱਚੇ ਦੇ ਨਾਲ ਟਕਰਾ ਗਿਆ। ਜਦੋਂ ਐਮਰਜੈਂਸੀ ਟੀਮ ਮੌਕੇ ਦੇ ਉੱਤੇ ਪਹੁੰਚੀ ਤਾਂ ਉੱਥੇ ਬੱਚੇ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਸੀ, ਜਿਸ ਨੂੰ ਕਿ ਤੁਰੰਤ ਟਰਾਮਾ ਸੈਂਟਰ ਲਿਜਾਇਆ ਗਿਆ, ਪਰ ਹਸਪਤਾਲ ਵਿੱਚ ਪਹੁੰਚ ਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਉਸ ਵਾਹਨ ਦਾ ਡਰਾਈਵਰ ਮੌਕੇ ਦੇ ਉੱਤੇ ਮੌਜੂਦ ਰਿਹਾ, ਜਿਸ ਵਾਹਨ ਦੀ ਬੱਚੇ ਨਾਲ ਟੱਕਰ ਹੋਈ ਸੀ, ਜੋ ਕਿ ਜਾਂਚ ਦੇ ਲਈ ਸਹਿਯੋਗ ਵੀ ਦੇ ਰਿਹਾ ਹੈ। ਫਿਲਹਾਲ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਸੜਕ ਹਾਦਸੇ ਵਿੱਚ ਡਰਾਈਵਰ ਦਾ ਕਸੂਰ ਸੀ ਜਾਂ ਨਹੀਂ। ਜਿਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨ ਦੇ ਬਾਰੇ ਇੱਕਦਮ ਉਹ ਨਹੀਂ ਦੱਸ ਸਕਦੇ। ਮਾਮਲੇ ਦੀ ਹਜੇ ਹੋਰ ਜਾਂਚ ਕੀਤੀ ਜਾਵੇਗੀ, ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਦੋਂ ਉਸ ਬੱਚੇ ਦੀ ਕਾਰ ਦੇ ਨਾਲ ਟੱਕਰ ਹੋਈ, ਉਹ ਬੱਚਾ ਉਸ ਸਮੇਂ ਆਪਣੇ ਇੱਕ ਮਾਪੇ ਦੇ ਨਾਲ ਮੌਜੂਦ ਸੀ। ਫਿਲਹਾਲ ਡਰਾਈਵਰ ਦੇ ਉੱਤੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਜੇਕਰ ਕਿਸੇ ਨੇ ਇਹ ਹਾਦਸਾ ਵਾਪਰਦਾ ਦੇਖਿਆ ਹੋਵੇ ਤਾਂ ਟ੍ਰੈਫਿਕ ਸਰਵਿਸਿਜ਼ ਇਨਵੈਸਟੀਗੇਟਰਸ ਦੇ ਨਾਲ ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਮਿਸ਼ਨ ਵਿੱਚ ਏਟੀਐਮ ਨੂੰ ਲੁੱਟਿਆ ਗਿਆ, ਜਿੱਥੇ ਕਿ ਵੀਰਵਾਰ ਦੀ ਸਵੇਰ ਨੂੰ 3 ਵਜੇ ਦਾ ਸਮਾਂ ਸੀ, ਜਦੋਂ ਇੱਕ ਗੈਸ ਸਟੇਸ਼ਨ ਤੇ ਲੱਗੇ ਏਟੀਐਮ ਨੂੰ ਲੁੱਟ ਲਿਆ ਗਿਆ, ਜਿੱਥੇ ਕਿ 3 ਸ਼ੱਕੀ ਵਿਅਕਤੀ ਆਏ, ਜਿਨ੍ਹਾਂ ਦੇ ਕੋਲ ਕਾਫੀ ਸਮਾਨ ਮੌਜੂਦ ਸੀ, ਜਿਨ੍ਹਾਂ ਨੇ ਇੱਕ ਮਸ਼ੀਨੀ ਆਰੇ ਦੇ ਨਾਲ ਏਟੀਐਮ ਨੂੰ ਲੁੱਟਿਆ, ਜਿੱਥੇ ਕਿ ਕੋਪ ਗੈਸ ਬਾਰ, ਜੋ ਕਿ 34900 ਬਲਾਕ ਲੋਹੀਡ ਹਾਈਵੇ ਦੇ ਉੱਤੇ ਗੈਸ ਸਟੇਸ਼ਨ ਹੈ, ਉੱਥੇ ਇਹ ਮਾਮਲਾ ਸਾਹਮਣੇ ਆਇਆ। RCMP ਨੂੰ ਸਵੇਰ ਦੇ 3 ਵਜੇ ਦੇ ਨੇੜੇ ਉੱਥੇ ਬੁਲਾਇਆ ਗਿਆ, ਜਿਸ ਤੋਂ ਬਾਅਦ ਵੀਰਵਾਰ ਦੀ ਦੁਪਹਿਰ ਨੂੰ ਉਹਨਾਂ ਨੇ ਜਨਤਕ ਤੌਰ ਦੇ ਉੱਤੇ ਜਿੱਥੇ ਇੱਕ ਪਾਸੇ ਜਾਣਕਾਰੀ ਸਾਂਝੀ ਕੀਤੀ ਤਾਂ ਇਸ ਲੁੱਟ ਨਾਲ ਜੁੜੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਤਾਂ ਕਿ ਸ਼ੱਕੀਆਂ ਦੇ ਬਾਰੇ ਕੋਈ ਜਾਣਕਾਰੀ ਦੱਸ ਸਕੇ। ਜਿਸ ਦੇ ਬਾਰੇ ਇਹ ਵੀ ਕਿਹਾ ਗਿਆ ਹੈ ਕਿ ਹਜੇ ਇਹ ਨਹੀਂ ਪਤਾ ਕਿ ਕਿੰਨਾ ਕੁ ਕੈਸ਼ ਲੁੱਟ ਕੇ ਉੱਥੇ ਤੋਂ ਫਰਾਰ ਹੋਏ ਨੇ, ਪਰ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਹਨਾਂ ਸ਼ੱਕੀਆਂ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਮਿਸ਼ਨ RCMP ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਜਾਣਕਾਰੀ ਦੇਣ ਦੇ ਲਈ ਇਸ ਕੇਸ ਦੀ ਫਾਈਲ ਨੰਬਰ 2022-9530 ਦਾ ਜ਼ਿਕਰ ਕਰਕੇ ਅੱਗੇ ਦੱਸਿਆ ਜਾ ਸਕਦਾ ਹੈ। ਜਿਵੇਂ ਕਿ ਗਰਮੀਆਂ ਦੇ ਮੌਸਮ ਵਿੱਚ ਪਾਣੀ ਦੇ ਸਰੋਤ ਵੱਖੋ ਵੱਖਰੇ, ਜਿੱਥੇ ਕਿ ਲੁਤਫ ਲੈਣ ਦੇ ਵਾਸਤੇ ਪਰਿਵਾਰ ਜਾਂਦੇ ਨੇ, ਘੁੰਮਣ ਦੇ ਵਾਸਤੇ ਜਦੋਂ ਉਹ ਝੀਲਾਂ ਨਦੀਆਂ ਦੇ ਨੇੜੇ ਜਾਂਦੇ ਨੇ, ਤਾਂ ਅਜਿਹੇ ਵਿੱਚ ਜੇਕਰ ਉਹ ਕਿਸ਼ਤੀਆਂ ਦੇ ਵਿੱਚ ਵੀ ਉੱਥੇ ਜਾਂਦੇ ਨੇ ਤਾਂ ਜੇਕਰ ਤੈਰਨਾ ਨਹੀਂ ਆਉਂਦਾ, ਖਾਸ ਤੌਰ ਦੇ ਉੱਤੇ ਸਿਰਫ ਉਦੋਂ ਹੀ ਨਹੀਂ ਸਗੋਂ ਜਿਨ੍ਹਾਂ ਨੂੰ ਤੈਰਨਾ ਆਉਂਦਾ ਵੀ ਹੋਵੇ ਉਹਨਾਂ ਦੇ ਲਈ ਲਾਈਫ ਜੈਕਟ ਪਾਉਣੀ ਬੇਹੱਦ ਜ਼ਰੂਰੀ ਹੈ। ਜਦੋਂ ਵੀ ਪਾਣੀ ਦੇ ਨੇੜੇ ਜਾਣਾ ਹੈ ਤਾਂ ਅਜਿਹੇ ਵਿੱਚ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਜਾਵੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸੇ ਸੀਜ਼ਨ ਦੇ ਵਿੱਚ 15 ਜਣਿਆਂ ਦੀ ਮੌਤ ਹੋ ਚੁੱਕੀ ਹੈ। ਕੁਝ ਇਸ ਤਰ੍ਹਾਂ ਜਿਨ੍ਹਾਂ ਵਿੱਚੋਂ ਕਈ ਅਜਿਹੇ ਸਨ ਜਿਹੜੇ ਕਿ ਪਾਣੀ ਵਿੱਚ ਡੁੱਬਣ ਦੇ ਕਰਕੇ ਆਪਣੀ ਜਾਨ ਗਵਾ ਬੈਠੇ। ਅਜਿਹਾ ਨਾ ਹੋਵੇ, ਜ਼ਰੂਰੀ ਹੈ ਕਿ ਲਾਈਫ ਜੈਕਟ ਜ਼ਰੂਰ ਪਾਈ ਜਾਵੇ ਤੇ ਆਪਣੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। Hey everybody, I'm here on Georgian Bay right now. You can see the Kilbar Lighthouse behind us. I'm here with Constable Medved from West Perry Sound OPP. Constable Jessup is our pilot here this morning, and we're out in the water and we see a lot of problems. We've had fatalities. 15 people have died already in the water in marine fatalities. We've had far more people die because of swimming and being around the water, not necessarily on a boat. There's a lot of things we want to talk about here in terms of our enforcement. What are some things that you see here that people should maybe think about before they head out? Yeah, so enforcement on our end is multifaceted. There's a lot that we're looking at, whether it's looking at your paddles and life jackets and everything that you have. Our primary concern, honestly, is looking at, does everyone have a life jacket on board, and is there any alcohol involved?
A lot of the time, people don't know that necessarily they have too much alcohol on board. They might not be over the legal limit, but they might be at a point where they're not okay to drive. So it's always something to consider, and obviously it's a beautiful day, and it's easy to want to have a pop with you, but just leave the alcohol at home, bring water on the water, and leave the beer on the pier. Absolutely. It's so important that you do your part, be a better boater, think before you sink, and have a great summer. It's getting towards the end of summer, but there's still lots of great season out there. So anyways, have fun out there, but please be safe. ਭਾਰਤ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਕੈਨੇਡਾ ਦੇ ਵੀਜ਼ਾ ਵਾਸਤੇ ਨਿੱਤ ਅਪਲਾਈ ਕਰਦੇ ਨੇ, ਜਿਸ ਦੇ ਵਿੱਚ ਵੱਖੋ ਵੱਖਰੇ ਪੱਧਰ ਦੇ ਉੱਤੇ ਇਹ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ, ਜਾਂ ਵਿਜ਼ਟਰ ਵੀਜ਼ਾ ਹੋਵੇ, ਜਾਂ ਫਿਰ ਵਰਕ ਪਰਮਿਟ ਦੇ ਵਾਸਤੇ ਹੋਵੇ, ਜਾਂ PR ਦੇ ਲਈ ਹੀ ਫਾਈਲ ਪਹਿਲਾਂ ਕਿਉਂ ਨਾ ਕਿਸੇ ਨੇ ਲਗਾਈ ਹੋਵੇ, ਜਾਂ ਫਿਰ ਸਟੱਡੀ ਪਰਮਿਟ ਦੇ ਲਈ ਅਪਲਾਈ ਕੀਤਾ ਗਿਆ ਹੋਵੇ। ਲੰਮੀ ਉਡੀਕ ਜੋ ਇਸ ਸਮੇਂ ਕਰਨੀ ਪੈ ਰਹੀ ਹੈ ਇਸ ਨੂੰ ਲੈ ਕੇ, ਤੇ ਨਾਲ ਹੀ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਵਿੱਚ ਆ ਰਹੇ ਨੇ ਸਤੰਬਰ ਇਨਟੇਕ ਵਾਸਤੇ, ਤੇ ਸਮਾਂ ਰਹਿੰਦਿਆਂ ਉਹਨਾਂ ਨੂੰ ਵੀਜ਼ਾ ਸੰਬੰਧੀ ਹਜੇ ਕੋਈ ਜਵਾਬ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ, ਉਹਨਾਂ ਵਾਸਤੇ ਵੀ ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਜਾਣਦੇ ਨੇ ਕਿ ਜ਼ਿਆਦਾ ਗਿਣਤੀ ਵਿੱਚ ਅਰਜ਼ੀ ਧਾਰਕ ਅਜਿਹੇ ਨੇ ਜਿਨ੍ਹਾਂ ਨੂੰ ਆਪਣੀ ਅਰਜ਼ੀ ਦੇ ਲਈ ਲੰਮੀ ਉਡੀਕ ਕਰਨੀ ਪਈ ਹੈ, ਜਿਨ੍ਹਾਂ ਕਿਹਾ ਕਿ ਉਹ ਸਮਝਦੇ ਨੇ ਕਈਆਂ ਨੂੰ ਵੀਜ਼ਾ ਸੰਬੰਧੀ ਨਤੀਜੇ ਨਹੀਂ ਮਿਲ ਰਹੇ, ਜਿਸ ਕਰਕੇ ਉਹਨਾਂ ਨੂੰ ਆਪਣੇ ਟਰੈਵਲ ਪਲਾਨ ਵੀ ਬਦਲਨੇ ਪਏ ਨੇ, ਜਦ ਕਿ ਉਹਨਾਂ ਨੇ ਟਰੈਵਲ ਪਲਾਨ ਤੋਂ ਕਈ ਹਫ਼ਤੇ ਜਾਂ ਕਈ ਮਹੀਨੇ ਪਹਿਲਾਂ ਹੀ ਆਪਣਾ ਵੀਜ਼ਾ ਅਪਲਾਈ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹਾਈ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਉਹ ਅਰਜ਼ੀ ਧਾਰਕਾਂ ਦੀ ਨਿਰਾਸ਼ਾ ਨੂੰ ਸਮਝਦੇ ਨੇ, ਤੇ ਇਹ ਭਰੋਸਾ ਵੀ ਦਿਵਾਉਣਾ ਚਾਹੁੰਦੇ ਨੇ ਕਿ ਉਹ ਹਾਲਾਤ ਵਿੱਚ ਸੁਧਾਰ ਲਿਆਉਣ ਦੇ ਲਈ ਕਈ ਕੰਮ ਕਰ ਰਹੇ ਨੇ, ਜਦਕਿ ਉਹ ਫਾਈਲਾਂ ਦੀ ਪ੍ਰਕਿਰਿਆ ਨੂੰ ਪੂਰਾ ਸਾਲ ਜਾਰੀ ਰੱਖਦੇ ਨੇ, ਜਿਸ ਤਹਿਤ ਸਤੰਬਰ 2022 ਦੇ ਇਨਟੇਕ ਲਈ ਸਟੱਡੀ ਪਰਮਿਟ ਵੀ ਕਾਫੀ ਗਿਣਤੀ ਵਿੱਚ ਦਿੱਤੇ ਗਏ ਨੇ। ਕਈ ਹਜ਼ਾਰ ਵਿਦਿਆਰਥੀਆਂ ਨੂੰ ਭਾਰਤ ਵਿੱਚ ਹਰ ਹਫ਼ਤੇ ਵੀਜ਼ਾ ਮਿਲਦਾ ਹੈ, ਤੇ ਉਹ ਉਡੀਕ ਨੂੰ ਘੱਟ ਕਰਨ ਦੇ ਲਈ ਹਰ ਬਣਦਾ ਕਦਮ ਚੁੱਕਣਗੇ, ਜੋ ਕਿ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਕਿਹਾ ਕਿ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਅਰਜ਼ੀਆਂ ਲਗਾਤਾਰ ਮਿਲ ਰਹੀਆਂ ਨੇ। ਜਿਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਗਲੋਬਲ ਪੱਧਰ ਦੇ ਉੱਤੇ ਸਟੱਡੀ ਪਰਮਿਟ ਦੇ ਲਈ ਵੇਟ ਟਾਈਮ 12 ਹਫ਼ਤੇ ਦਾ ਹੈ, ਜਿਸ ਦੇ ਵਿੱਚ SDS ਪ੍ਰੋਗਰਾਮ ਦੇ ਰਾਹੀਂ ਵੀਜ਼ਾ ਲਾਉਣ ਵਾਲਿਆਂ ਦੀ ਗਿਣਤੀ ਵੀ ਸ਼ਾਮਲ ਹੈ, ਪਰ ਭਾਰਤ ਵਿੱਚ ਇਹ ਸਮਾਂ ਸਾਲ 2022 ਦੌਰਾਨ ਜ਼ਿਆਦਾ ਲੱਗ ਰਿਹਾ ਹੈ। ਇਸੇ ਕਰਕੇ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਸਤੰਬਰ ਇਨਟੇਕ ਦੇ ਵਾਸਤੇ ਜਿਨ੍ਹਾਂ ਨੇ ਵੀਜ਼ਾ ਐਪਲੀਕੇਸ਼ਨ ਲਾਈ ਹੋਈ ਹੈ ਤੇ ਉਹਨਾਂ ਨੂੰ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ, ਤਾਂ ਉਹ ਆਪਣੇ ਜੋ ਕਾਲਜ ਜਾਂ ਯੂਨੀਵਰਸਿਟੀ ਹੈ, ਜੋ ਕਿ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਨੇ ਕੈਨੇਡਾ ਵਿੱਚ, ਜਿੱਥੇ ਉਹ ਪੜ੍ਹਨ ਦੇ ਵਾਸਤੇ ਆ ਰਹੇ ਨੇ, ਉਹਨਾਂ ਦੇ ਨਾਲ ਸੰਪਰਕ ਕਰਨ, ਕਿਉਂਕਿ ਉਹਨਾਂ ਨੇ ਫੀਸ ਪਹਿਲਾਂ ਹੀ ਭਰ ਦਿੱਤੀ ਹੈ। ਤੇ ਇਸ ਦੇ ਨਾਲ ਹੀ ਜਿਵੇਂ ਕਿ ਸਤੰਬਰ ਇਨਟੇਕ ਵਿੱਚ ਜੇਕਰ ਉਹ ਕਲਾਸਿਸ ਨੂੰ ਸ਼ੁਰੂ ਨਹੀਂ ਕਰ ਪਾਉਂਦੇ ਤੇ ਪਹਿਲਾਂ ਤੋਂ ਉਹਨਾਂ ਨੂੰ ਦੇਰੀ ਹੋ ਜਾਂਦੀ ਹੈ, ਤਾਂ ਅਜਿਹੇ ਵਿੱਚ ਅੱਗੇ ਉਹਨਾਂ ਨੂੰ ਕਿਹੜੀ ਹੋਰ ਚੋਣ ਦਿੱਤੀ ਜਾਂਦੀ ਹੈ, ਉਹ ਆਪਣੇ ਕਾਲਜ ਜਾਂ ਯੂਨੀਵਰਸਿਟੀ ਨਾਲ ਸੰਪਰਕ ਕਰਕੇ ਉਸ ਮੁਤਾਬਕ ਅੱਗੇ ਉਹ ਚੱਲ ਸਕਦੇ ਨੇ, ਜਿਸ ਦੇ ਬਾਰੇ ਵਿਦਿਆਰਥੀਆਂ ਨੂੰ ਇਹ ਖਾਸ ਤੌਰ ਦੇ ਉੱਤੇ ਬਿਆਨ ਜਾਰੀ ਕਰਕੇ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਭਾਰਤ ਵਿੱਚ ਕਿਹਾ ਗਿਆ ਹੈ। ਰਹਿਣ ਵਾਲਾ ਹੀ 24 ਸਾਲ ਦਾ ਨੌਜਵਾਨ, ਜਿਸ ਨੇ ਕਿ ਪਹਿਲੀ ਵਾਰ ਲੋਟਰੀ ਦੀ ਟਿਕਟ ਲਈ ਤੇ ਪਹਿਲੀ ਵਾਰ ਹੀ $10 ਲੱਖ ਜਿੱਤ ਗਿਆ। OLG ਮਿਸੀਸਾਗਾ ਨੇ ਦੱਸਿਆ ਕਿ ਨੈਥਨੀਲ ਮਾਰਕਸਮੈਨ ਨਾਮਕ ਇਹ ਨੌਜਵਾਨ, ਜਿਸ ਨੇ ਕਿ ਜੂਨ 3 ਲੋਟੋ ਮੈਕਸ ਡਰਾਅ ਵਿੱਚ $10 ਲੱਖ ਜਿੱਤ ਲਏ, ਜਿਸ ਨੇ ਜਦੋਂ ਆਪਣਾ ਅਨੁਭਵ ਦੱਸਿਆ ਕਿ ਜਦੋਂ ਇੱਕਦਮ ਉਸਨੇ ਮਸ਼ੀਨ ਵੱਲ ਦੇਖਿਆ, ਜਦੋਂ ਆਪਣੀ ਟਿਕਟ ਨੂੰ ਚੈੱਕ ਕਰ ਰਿਹਾ ਸੀ, ਤਾਂ ਉਸਨੂੰ ਪਹਿਲਾਂ ਲੱਗਿਆ ਕਿ ਮਸ਼ੀਨ ਖਰਾਬ ਹੋ ਗਈ ਹੈ, ਕਿਉਂਕਿ ਉਸ ਦਾ ਧਿਆਨ ਮਸ਼ੀਨ ਵਿੱਚ ਦਿਖਾਈ ਦੇ ਰਹੇ ਸਾਰੇ ਜ਼ੀਰੋਜ਼ ਦੇ ਉੱਤੇ ਗਿਆ। ਉਸਨੇ ਇਹ ਨਹੀਂ ਦੇਖਿਆ ਉਹਨਾਂ ਜ਼ੀਰੋਜ਼ ਦੇ ਅੱਗੇ 1 ਲਿਖਿਆ ਹੋਇਆ ਹੈ, ਜਿਸ ਤੋਂ ਬਾਅਦ ਸਟੋਰ ਦੇ ਕਲਰਕ ਨੂੰ ਉਸਨੇ ਮਦਦ ਦੇ ਲਈ ਬੁਲਾਇਆ ਤੇ ਕਲਰਕ ਨੇ ਉਸਨੂੰ ਦੱਸਿਆ ਕਿ ਉਹ ਵੱਡੀ ਰਕਮ ਜਿੱਤ ਚੁੱਕਿਆ ਹੈ, ਜਿਸ ਤੋਂ ਬਾਅਦ ਉਸਨੇ ਕਿਹਾ ਕਿ ਉਹ ਆਪਣੀ ਗੱਡੀ ਦੇ ਵਿੱਚ ਜਾ ਕੇ ਬੈਠ ਗਿਆ ਤੇ ਖੁਸ਼ੀ ਨਾਲ ਰੋਣ ਲੱਗਿਆ, ਜਿਸ ਨੇ ਤੁਰੰਤ ਆਪਣੇ ਭਰਾ ਨੂੰ ਫੋਨ ਕੀਤਾ ਤੇ ਇਸ ਖੁਸ਼ੀ ਦੇ ਬਾਰੇ ਦੱਸਿਆ, ਤੇ ਉਸਨੇ ਇਹ ਵੀ ਦੱਸਿਆ ਕਿ ਉਹ ਇਸ ਜਿੱਤੀ ਹੋਈ ਰਾਸ਼ੀ ਦੇ ਨਾਲ ਆਪਣੀ ਮਾਂ ਦੀ ਮੌਰਗੇਜ ਅਦਾ ਕਰੇਗਾ, ਯਾਨੀ ਕਿ ਜਿਹੜਾ ਉਸਦੀ ਮਾਂ ਨੇ ਲੋਨ ਲਿਆ ਹੋਇਆ ਹੈ ਉਸ ਨੂੰ ਅਦਾ ਕਰੇਗਾ, ਤੇ ਉਹ ਆਪਣੇ ਭਰਾ ਨੂੰ ਵੀ ਇਸ ਦੇ ਵਿੱਚੋਂ ਕੁਝ ਰਾਸ਼ੀ ਦੇਵੇਗਾ ਤਾਂ ਕਿ ਉਸ ਦਾ ਭਤੀਜਾ ਤੇ ਭਤੀਜੀ ਵਧੀਆ ਭਵਿੱਖ ਦਾ ਸੁਪਨਾ ਦੇਖ ਸਕਣ। ਤੇ ਉਸਨੇ ਕਿਹਾ ਕਿ ਉਸਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਉਹ ਵਧੀਆ ਜ਼ਿੰਦਗੀ ਜਿਉ ਸਕਦਾ ਹੈ। ਜਿਸ ਤੋਂ ਬਾਅਦ OLG ਨੇ ਵੀ ਜਾਣਕਾਰੀ ਦਿੱਤੀ ਹੈ ਕਿ ਓਨਟਾਰੀਓ ਸੂਬੇ ਵਿੱਚ ਸਾਲ 2009 ਤੋਂ ਬਾਅਦ ਹੁਣ ਤੱਕ $7 ਬਿਲੀਅਨ ਲੋਕ ਜਿੱਤ ਚੁੱਕੇ ਨੇ, ਜਿਸ ਦੇ ਵਿੱਚ 92 ਜੈਕਪਾਟ ਵੀ ਜਿੱਤੇ ਗਏ ਨੇ।
ਮਾਰਕਸਮੈਨ ਨੂੰ ਜੋ ਇਸ ਟਿਕਟ ਦੇ ਵਿੱਚੋਂ $10 ਲੱਖ ਦੀ ਰਾਸ਼ੀ ਮਿਲੀ ਹੈ, ਉਹ ਮਿਸੀਸਾਗਾ ਦੇ ਵਿੱਚ ਸ਼ੈਲ ਦੇ ਗੈਸ ਸਟੇਸ਼ਨ ਦੇ ਉੱਤੇ ਉਸਨੇ ਲੋਟਰੀ ਦੀ ਟਿਕਟ ਖਰੀਦੀ ਸੀ, ਜੋ ਰੈਕਸਵੁੱਡ ਰੋਡ ਦੇ ਉੱਤੇ ਹੈ। ਸਕਾਰਬਰੋ ਵਿੱਚ ਹਾਈਵੇ 401 ਤੇ ਇੱਕ ਗੰਭੀਰ ਮਾਮਲਾ ਵਾਪਰਿਆ ਜਦੋਂ ਇੱਕ ਵਾਹਨ ਤੋਂ ਉੱਡ ਕੇ ਇੱਕ ਛੋਟਾ ਕੰਟੇਨਰ ਸੜਕ ਉੱਤੇ ਡਿੱਗ ਗਿਆ, ਜੋ ਕਿ ਮੋਟਰਸਾਈਕਲ ਤੇ ਆ ਰਹੇ ਵਿਅਕਤੀ ਨਾਲ ਟਕਰਾ ਗਿਆ। ਮੰਗਲਵਾਰ ਦੀ ਦੁਪਹਿਰ ਦਾ ਇਹ ਮਾਮਲਾ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਦੇ ਬਾਰੇ ਚੇਤਾਵਨੀ ਦਿੱਤੀ ਤੇ ਦੱਸਿਆ ਕਿ ਇੱਕ ਛੋਟਾ ਕੰਟੇਨਰ 4x4 ਫੁੱਟ ਦਾ ਸੀ, ਜੋ ਕਿ ਇੱਕ ਮੋਟਰਸਾਈਕਲ ਚਾਲਕ ਦੇ ਨਾਲ ਕਾਫੀ ਬੁਰੀ ਤਰ੍ਹਾਂ ਟਕਰਾਇਆ, ਜਿਸ ਤੋਂ ਬਾਅਦ ਉਸ ਮੋਟਰਸਾਈਕਲ ਚਾਲਕ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ, ਜਿਸ ਨੂੰ ਕਿ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ। ਜਿਸ ਦੇ ਬਾਰੇ ਜੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ, ਜੋ ਇੱਕ ਛੋਟਾ ਕੰਟੇਨਰ ਵਾਹਨ ਦੇ ਵਿੱਚੋਂ ਉੱਡ ਕੇ ਡਿੱਗਿਆ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਆਪਣੇ ਵਾਹਨ ਦੇ ਉੱਤੇ ਕੁਝ ਵੀ ਅਜਿਹਾ ਸਮਾਨ ਕੋਈ ਲੈ ਕੇ ਜਾਂਦਾ ਹੈ ਜੋ ਡਿੱਗ ਸਕਦਾ ਹੈ, ਉਸ ਨੂੰ ਚੰਗੀ ਤਰ੍ਹਾਂ ਬੰਨ੍ਹ ਲਿਆ ਜਾਵੇ ਤਾਂ ਕਿ ਸੜਕ ਉੱਤੇ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ। ਜਿਸ ਦੇ ਲਈ ਜੋ ਹਾਈਵੇ 401 ਦੇ ਉੱਤੇ ਮੈਡੋਵੇਲ ਤੇ ਬ੍ਰੌਕ ਰੋਡਸ ਨੂੰ ਕੁਝ ਘੰਟੇ ਤੱਕ ਬੰਦ ਵੀ ਕੀਤਾ ਗਿਆ ਸੀ। ਮੰਗਲਵਾਰ ਦੀ ਸ਼ਾਮ ਨੂੰ 6 ਵਜੇ ਦੇ ਨੇੜੇ ਸੜਕ ਨੂੰ ਖੋਲ੍ਹਿਆ ਗਿਆ, ਪਰ ਇਸ ਦੌਰਾਨ ਮੋਟਰਸਾਈਕਲ ਚਾਲਕ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ, ਜਿਸ ਨੂੰ ਲੈ ਕੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਡਰਾਈਵਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਵੀ ਵਾਹਨ ਨੂੰ ਚਲਾ ਰਹੇ ਹੋਣ, ਇਹ ਧਿਆਨ ਦਿੱਤਾ ਜਾਵੇ ਕਿ ਉਸ ਵਾਹਨ ਦੇ ਉੱਤੇ ਕੁਝ ਵੀ ਅਜਿਹਾ ਸਮਾਨ ਨਾ ਪਿਆ ਹੋਵੇ ਜੋ ਸੜਕ ਦੇ ਉੱਤੇ ਡਿੱਗ ਸਕਦਾ ਹੈ ਤੇ ਦੂਜੇ ਦੇ ਵਾਸਤੇ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। Toronto OPP are currently on scene of a serious motorcycle collision. Highway 401 eastbound from Meadowvale in the express lanes is closed for this investigation. A motorcycle rider was traveling when it struck a tote that had come off of another vehicle, a 4x4 size item that came off of a vehicle, possibly unsecured. We currently are investigating the vehicle from which this tote came off of. The rider of the motorcycle does have serious injuries, being transported to hospital, waiting for updates right now on his condition. I expect heavy delays in the area. Highway 401 eastbound express lanes is now closed from Meadowvale. Expect delays. The collectors are open, but it will be a slow drive through that area. ਮੰਗਲਵਾਰ ਦੀ ਦੁਪਹਿਰ ਨੂੰ ਵਿਸਲਰ ਦੇ ਉੱਤਰੀ ਹਿੱਸੇ ਵਿੱਚ ਹਾਈਵੇ 99 ਉੱਤੇ ਇੱਕ ਵਾਹਨ ਨੂੰ ਅੱਗ ਲੱਗ ਗਈ ਤੇ ਦੋਵੇਂ ਪਾਸਿਆਂ ਤੋਂ ਟ੍ਰੈਫਿਕ ਨੂੰ ਉਸ ਸਮੇਂ ਬੰਦ ਕਰ ਦਿੱਤਾ ਗਿਆ ਸੀ। ਕਈ ਘੰਟਿਆਂ ਤੱਕ ਟ੍ਰੈਫਿਕ ਇਸ ਨਾਲ ਪ੍ਰਭਾਵਿਤ ਰਹੀ। ਡਰਾਈਵ BC ਨੇ ਦੱਸਿਆ ਕਿ ਇੱਕ ਵਾਹਨ ਨੂੰ ਜੋ ਅੱਗ ਲੱਗੀ ਹੈਲੀਪੋਰਟ ਰੋਡ ਤੇ ਰਿਵਰਸਾਈਡ ਡਰਾਈਵ ਦੇ ਦਰਮਿਆਨ ਹਾਈਵੇ ਉੱਤੇ, ਜੋ ਕਿ ਰਿਜ਼ੋਰਟ ਕਮਿਊਨਿਟੀ ਤੋਂ ਉੱਤਰੀ ਹਿੱਸੇ ਵੱਲ 3 ਕਿਲੋਮੀਟਰ ਦੀ ਦੂਰੀ ਉੱਤੇ ਹੈ, ਜਿੱਥੇ ਕਿ ਕਈ ਘੰਟੇ ਤੱਕ ਵਾਹਨ ਰੁਕੇ ਰਹੇ, ਜਿਸ ਤੋਂ ਬਾਅਦ ਹਾਈਵੇ ਦੀ ਇੱਕ ਲੇਨ ਨੂੰ ਖੋਲ੍ਹਿਆ ਗਿਆ। ਮੌਕੇ ਤੇ ਮੌਜੂਦ ਵਿਅਕਤੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਜਾਣਕਾਰੀ ਸਾਂਝੀ ਕੀਤੀ, ਉਸ ਦੇ ਵਿੱਚ ਕਿਹਾ ਗਿਆ ਕਿ ਇੱਕ ਲੌਗਿੰਗ ਟਰੱਕ ਨੂੰ ਅੱਗ ਲੱਗ ਗਈ ਸੀ, ਜੋ ਕਿ ਵਿਸਲਰ ਤੇ ਪੈਬਰਟਨ ਦੇ ਦਰਮਿਆਨ ਅੱਗ ਲੱਗਣ ਦਾ ਇਹ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਹਜੇ ਤੱਕ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ ਕਿ ਇਸ ਅੱਗ ਲੱਗਣ ਦੇ ਮਾਮਲੇ ਦੇ ਵਿੱਚ ਕੋਈ ਵੀ ਜ਼ਖਮੀ ਹੋਇਆ ਹੈ ਜਾਂ ਨਹੀਂ। ਪਰ ਕਈ ਘੰਟਿਆਂ ਤੱਕ ਟ੍ਰੈਫਿਕ ਇਸ ਤਰ੍ਹਾਂ ਪ੍ਰਭਾਵਿਤ ਰਹੀ, ਜੋ ਮੰਗਲਵਾਰ ਦੀ ਦੇਰ ਦੁਪਹਿਰ ਤੱਕ ਇਸ ਦਾ ਅਸਰ ਦਿਖਾਈ ਦਿੱਤਾ। ਬ੍ਰਿਟਿਸ਼ ਕੋਲੰਬੀਆ ਵਿੱਚ ਸਾਲ 2022 ਦੇ ਪਹਿਲੇ 6 ਮਹੀਨਿਆਂ ਨਾਲ ਜੁੜੇ ਅੰਕੜੇ ਦੱਸੇ ਗਏ, ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਗੈਰ ਕਾਨੂੰਨੀ ਤੇ ਜ਼ਹਿਰੀਲੇ ਨਸ਼ੇ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੇ 6 ਮਹੀਨੇ ਦੌਰਾਨ 1095 ਜਣਿਆਂ ਦੀ ਮੌਤ ਹੋ ਗਈ। BC ਕੋਰੋਨਰ ਸਰਵਿਸ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੂਨ ਮਹੀਨੇ ਦੇ ਵਿੱਚ ਹੀ 146 ਮੌਤਾਂ ਹੋਈਆਂ ਨੇ ਨਸ਼ੇ ਕਰਕੇ। 17% ਤੱਕ ਸਾਲ 2021 ਦੇ ਜੂਨ ਮਹੀਨੇ ਨਾਲੋਂ ਸਾਲ 2022 ਦੇ ਜੂਨ ਮਹੀਨੇ ਵਿੱਚ ਵਾਧਾ ਹੋਇਆ ਹੈ ਮੌਤਾਂ ਦੀ ਗਿਣਤੀ ਵਿੱਚ, ਜਦਕਿ ਜੇਕਰ ਸਾਲ 2021 ਦੇ ਵਿੱਚ ਮਈ ਮਹੀਨੇ ਦੀ ਸਾਲ 2022 ਦੇ ਮਈ ਮਹੀਨੇ ਨਾਲ ਤੁਲਨਾ ਕੀਤੀ ਜਾਵੇ ਤਾਂ 26% ਤੱਕ ਸਾਲ 2022 ਵਿੱਚ ਇਹ ਅੰਕੜਾ ਘੱਟ ਹੋਇਆ ਹੈ। ਪਰ ਜੇਕਰ 6 ਮਹੀਨੇ ਦੇ ਅੰਕੜੇ ਉੱਤੇ ਨਜ਼ਰ ਮਾਰੀ ਜਾਵੇ ਤੇ ਜੂਨ ਮਹੀਨੇ ਦੇ ਬਾਰੇ ਜੋ ਦੱਸਿਆ ਗਿਆ ਹੈ, ਪਹਿਲਾਂ ਨਾਲੋਂ ਅੰਕੜੇ ਵੱਧ ਹੋਏ ਨੇ। ਇਸ ਤਰ੍ਹਾਂ ਜਿਵੇਂ ਕਿ ਹਰ ਸਾਲ ਤੇ ਹਰ ਮਹੀਨੇ ਕੁਝ ਇਸ ਤਰ੍ਹਾਂ ਦੀਆਂ ਰਿਪੋਰਟਸ ਜਾਰੀ ਕੀਤੀਆਂ ਜਾਂਦੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਕਰਕੇ ਹੋਣ ਵਾਲੀਆਂ ਮੌਤਾਂ ਪਿਛਲੇ ਕਈ ਸਾਲ ਤੋਂ ਵੱਡੀ ਚੁਣੌਤੀ ਬਣੀਆਂ ਹੋਈਆਂ ਨੇ ਤੇ ਇਹਨਾਂ ਰਿਪੋਰਟਸ ਦੇ ਆਧਾਰ ਤੇ ਰਣਨੀਤੀ ਬਣਾਈ ਜਾਂਦੀ ਹੈ, ਜਿਸ ਸੰਬੰਧੀ ਕੰਮ ਕਰਨ ਤੇ ਨਾਲ ਹੀ ਵੱਖੋ-ਵੱਖਰੇ ਪ੍ਰੋਗਰਾਮਸ ਲਿਆਉਣ ਦੇ ਬਾਰੇ ਐਲਾਨ ਕੀਤੇ ਜਾਂਦੇ ਨੇ। ਪਰ ਜਿਵੇਂ ਕਿ ਗੈਰ ਕਾਨੂੰਨੀ ਨਸ਼ੇ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਹੁੰਦੀ ਦਿਖਾਈ ਨਹੀਂ ਦੇ ਰਹੀ, ਤਾਂ ਉਹਨਾਂ ਪ੍ਰੋਗਰਾਮਸ ਦੇ ਨਾਲ ਹੀ ਜੋ ਇਸ ਸੰਬੰਧੀ ਕੰਮ ਕੀਤਾ ਜਾ ਰਿਹਾ ਹੈ, ਉਸ ਦਾ ਅਸਰ ਵੀ ਕੁਝ ਖਾਸ ਹੁੰਦਾ ਦਿਖਾਈ ਨਹੀਂ ਦੇ ਰਿਹਾ, ਜੋ ਕਿ ਸਬੂਤ ਪੇਸ਼ ਕਰਦਾ ਹੈ, ਕਿਉਂਕਿ ਸਾਲ 2022 ਦੇ ਪਹਿਲੇ 6 ਮਹੀਨੇ ਦੌਰਾਨ 1000 ਤੋਂ ਵੱਧ
ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਕਰਕੇ ਮੌਤਾਂ ਹੋਈਆਂ ਨੇ। ਕੈਨੇਡਾ ਭਰ ਵਿੱਚ ਮਹਿੰਗਾਈ ਦੀ ਦਰ ਪਹਿਲਾਂ ਨਾਲੋਂ ਥੋੜੀ ਹੇਠਾਂ ਆਈ ਹੈ, ਜਿਵੇਂ ਕਿ ਜੂਨ 2022 ਵਿੱਚ ਮਹਿੰਗਾਈ ਦਰ 8.1% ਦਰਜ ਕੀਤੀ ਗਈ ਸੀ, ਜੋ ਕਿ ਪਿਛਲੇ 40 ਸਾਲ ਦਾ ਰਿਕਾਰਡ ਟੁੱਟ ਗਿਆ ਸੀ। ਪਰ ਉਸ ਤੋਂ ਬਾਅਦ ਹੁਣ ਜੁਲਾਈ ਮਹੀਨੇ ਦੇ ਅੰਕੜੇ ਸਾਂਝੇ ਕੀਤੇ ਗਏ ਨੇ। ਸਟੈਟਸ ਕੈਨੇਡਾ ਨੇ ਮੰਗਲਵਾਰ ਨੂੰ ਇਸ ਦੇ ਬਾਰੇ ਦੱਸਿਆ ਕਿ ਜੁਲਾਈ 2022 ਵਿੱਚ ਮਹਿੰਗਾਈ ਦਰ 7.6% ਦਰਜ ਕੀਤੀ ਗਈ ਹੈ, ਜਿਸ ਦੇ ਵਿੱਚ ਵੱਖੋ ਵੱਖਰੇ ਪੱਧਰ ਦੇ ਉੱਤੇ ਕਈ ਚੀਜ਼ਾਂ ਦੇ ਰੇਟ ਹੇਠਾਂ ਵੀ ਆਏ ਨੇ, ਜਿਵੇਂ ਕਿ ਗੈਸ ਦੇ ਰੇਟ ਹੇਠਾਂ ਆਏ ਨੇ, ਜੋ ਕਿ ਕਾਫੀ ਜ਼ਿਆਦਾ ਮਹਿੰਗੀ ਹੋ ਗਈ ਸੀ। ਤਾਂ ਕੁਝ ਇਸੇ ਤਰ੍ਹਾਂ ਖਾਣ ਪੀਣ ਦਾ ਸਮਾਨ ਹੈ ਜੋ ਉਸ ਦੇ ਰੇਟ ਕੁਝ ਹੱਦ ਤੱਕ ਹੇਠਾਂ ਆਉਣ ਦਾ ਦਾਅਵਾ ਕੀਤਾ ਗਿਆ ਹੈ, ਪਰ ਫਿਰ ਵੀ ਪਹਿਲਾਂ ਦੇ ਮੁਤਾਬਕ ਜੋ ਪਿਛਲੇ ਸਾਲ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਰੇਟ ਕਾਫੀ ਜ਼ਿਆਦਾ ਉੱਪਰ ਗਏ ਨੇ, ਕਿਉਂਕਿ ਸਾਲ 2021 ਦੇ ਜੁਲਾਈ ਮਹੀਨੇ ਦੀ ਤੁਲਨਾ ਮੁਤਾਬਕ ਸਾਲ 2022 ਦੇ ਜੁਲਾਈ ਮਹੀਨੇ ਵਿੱਚ ਜਿੰਨਾ ਵੀ ਜਿਵੇਂ ਓਲੀਵ ਆਇਲ ਤੇ ਹੋਰ ਤੇਲ ਹੈ ਤੇ ਅਜਿਹਾ ਸਮਾਨ ਹੈ 28% ਤੱਕ ਇਹ ਰੇਟ ਉੱਪਰ ਗਏ ਨੇ। ਪਾਸਤਾ, ਇਸ ਦੇ ਨਾਲ ਜੁੜੇ ਪ੍ਰੋਡਕਟ ਨੇ ਜੋ ਉਸ ਦੇ ਰੇਟ 20% ਤੱਕ ਉੱਪਰ ਗਏ ਨੇ। ਬਟਰ 17.3% ਤੱਕ ਇਸ ਦਾ ਰੇਟ ਉੱਪਰ ਗਿਆ। ਸੰਤਰੇ 16.9% ਤੱਕ ਮਹਿੰਗੇ ਹੋਏ ਨੇ। ਆਂਡੇ 15.8% ਤੱਕ ਮਹਿੰਗੇ ਹੋਏ ਨੇ। ਬ੍ਰੈਡ ਰੋਲਸ ਜਾਂ ਬੰਸ 15.4% ਤੱਕ ਮਹਿੰਗੇ ਹੋਏ ਨੇ। ਤੇ ਹੋਰ ਜੋ ਸਬਜ਼ੀਆਂ, ਕੇਨਡ ਸਬਜ਼ੀਆਂ ਹੁੰਦੀਆਂ ਨੇ ਜੋ ਪੈਕ ਕੀਤੀਆਂ ਹੋਈਆਂ, ਉਹਨਾਂ ਦੇ ਰੇਟ ਪਿਛਲੇ ਸਾਲ ਦੇ ਤੁਲਨਾ ਮੁਤਾਬਕ ਇਸ ਸਾਲ 15.4% ਤੱਕ ਵੱਧ ਹੋਏ ਨੇ। ਤੇ ਇਸ ਦੇ ਨਾਲ ਹੀ ਕੌਫੀ ਤੇ ਚਾਹ ਦਾ ਰੇਟ ਵੀ 13.8% ਤੱਕ ਵੱਧ ਹੋਇਆ ਹੈ। ਮੈਟਰੋ ਵੈਨਕੂਵਰ ਦੀ ਇੱਕ ਬਜ਼ੁਰਗ ਔਰਤ ਤੋਂ $10,000 ਲੁੱਟ ਲਏ ਗਏ ਇੱਕ ਵਿਅਕਤੀ ਵੱਲੋਂ, ਜਿਸ ਨੇ ਕਿ ਜਾਲੀ ਫੋਨ ਕੀਤਾ। ਦਰਅਸਲ 87 ਸਾਲ ਦੀ ਬਜ਼ੁਰਗ ਔਰਤ, ਜਿਸ ਨੂੰ 8 ਅਗਸਤ ਦੇ ਦਿਨ ਫੋਨ ਕਰਕੇ ਇੱਕ ਵਿਅਕਤੀ ਨੇ ਖੁਦ ਨੂੰ ਵਕੀਲ ਦੱਸਿਆ ਤੇ ਕਿਹਾ ਕਿ ਉਸ ਦੀ ਪੋਤੀ ਜਾਂ ਦੋਤੀ, ਜਿਸ ਦੇ ਵਿੱਚ ਗ੍ਰੈਂਡ ਡਾਟਰ ਦਾ ਜ਼ਿਕਰ ਕੀਤਾ ਗਿਆ ਹੈ, ਇੱਕ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਹੈ, ਜਿਸ ਦੀ ਗੱਡੀ ਵਿੱਚੋਂ ਨਸ਼ੇ ਵੀ ਮਿਲੇ ਨੇ ਤੇ ਜੇਕਰ ਉਸਨੇ ਆਪਣੀ ਗ੍ਰੈਂਡ ਚਾਈਲਡ ਨੂੰ ਜੇਲ੍ਹ ਦੇ ਵਿੱਚੋਂ ਕਢਵਾਉਣਾ ਹੈ ਤਾਂ ਉਸ ਨੂੰ $1000 ਵਕੀਲ ਨੂੰ ਦੇਣੇ ਪੈਣਗੇ। ਇਸ ਦੌਰਾਨ ਕੋਕਿਟਲਾ ਮਾਰਸੀ ਐਮਪੀ ਨੇ ਕਿਹਾ ਕਿ ਉਸ ਦਿਨ ਕੋਈ ਵੀ ਸੜਕ ਹਾਦਸਾ ਨਹੀਂ ਸੀ ਵਾਪਰਿਆ, ਜਿਨ੍ਹਾਂ ਕਿਹਾ ਕਿ ਇਹ ਲੁੱਟਣ ਦਾ ਇੱਕ ਤਰੀਕਾ ਹੈ ਜੋ ਕਿ ਧੋਖਾਧੜੀ ਦੇ ਸ਼ਿਕਾਰ ਬਜ਼ੁਰਗਾਂ ਨੂੰ ਬਣਾਇਆ ਜਾਂਦਾ ਹੈ। ਜਦ ਕਿ ਜਿਸ ਬਜ਼ੁਰਗ ਔਰਤ ਨੂੰ ਧੋਖਾਧੜੀ ਦੀ ਸ਼ਿਕਾਰ ਬਣਾਇਆ ਗਿਆ, ਉਹ ਇਹ ਜਾਣਦੀ ਹੈ ਕਿ ਅਜਿਹੇ ਲੋਕ ਫੋਨ ਕਰਦੇ ਨੇ। ਪਹਿਲਾਂ ਤੋਂ ਉਸ ਨੂੰ ਪਤਾ ਸੀ ਕਿ ਉਸਨੇ ਇਹ ਖੁਦ ਦੱਸਿਆ ਕਿ ਪਹਿਲਾਂ ਵੀ ਅਜਿਹੇ ਉਸ ਨੂੰ ਕਈ ਵਾਰ ਫੋਨ ਆਏ ਨੇ, ਪਰ ਉਹ ਕਿਸੇ ਦੇ ਝਾਂਸੇ ਦੇ ਵਿੱਚ ਨਹੀਂ ਫਸੀ। ਪਰ ਇਸ ਮੌਕੇ ਖੁਦ ਨੂੰ ਵਕੀਲ ਦੱਸਦੇ ਹੋਏ ਜਿਸ ਵਿਅਕਤੀ ਨੇ ਫੋਨ ਕੀਤਾ, ਉਹ ਇੰਨਾ ਚਲਾਕ ਸੀ ਕਿ ਉਸ ਦੇ ਵੱਲੋਂ ਕਾਫੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ ਗਈ ਕਿ ਉਸ ਬਜ਼ੁਰਗ ਔਰਤ ਨੂੰ ਉਸਨੇ ਇਹ ਮੰਨਣ ਤੇ ਮਜਬੂਰ ਕਰ ਦਿੱਤਾ ਕਿ ਉਹ ਸੱਚ ਬੋਲ ਰਿਹਾ ਹੈ ਤੇ ਉਹ ਵਕੀਲ ਹੈ। ਜਿਸ ਤੋਂ ਬਾਅਦ ਆਪਣੀ ਬੱਚੀ ਨੂੰ ਛਡਵਾਉਣ ਦੇ ਵਾਸਤੇ ਉਸ ਬਜ਼ੁਰਗ ਔਰਤ ਨੇ $1000 ਉਸ ਨੂੰ ਦੇ ਦਿੱਤੇ, ਜਿਸ ਤੋਂ ਬਾਅਦ 87 ਸਾਲ ਦੀ ਉਸ ਔਰਤ ਨੂੰ ਵਾਪਸ ਉਸਦੇ ਪੈਸੇ ਕਦੀ ਨਹੀਂ ਮਿਲੇ, ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਤਾਂ ਕੀਤੀ ਜਾ ਰਹੀ ਹੈ। ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਸਮਝਣ ਦੀ ਲੋੜ ਹੈ ਕਿ ਫੋਨ ਕਰਕੇ ਕਿਸੇ ਦੇ ਵੱਲੋਂ ਵੀ ਕਦੀ ਪੈਸੇ ਨਹੀਂ ਮੰਗੇ ਜਾ ਸਕਦੇ। ਨਾ ਹੀ ਕੋਈ ਪੁਲਿਸ ਅਧਿਕਾਰੀ, ਨਾ ਹੀ ਕੋਈ ਬੈਂਕ ਤੋਂ ਅਧਿਕਾਰੀ ਤੇ ਨਾ ਹੀ ਕੋਈ ਕੈਨੇਡਾ ਰੈਵਨਿਊ ਏਜੰਸੀ ਤੋਂ ਫੋਨ ਕਰਕੇ ਇੱਕਦਮ ਪੈਸੇ ਟ੍ਰਾਂਸਫਰ ਕਰਨ ਵਾਸਤੇ ਕਹਿ ਸਕਦਾ ਹੈ। ਜੇਕਰ ਕਿਸੇ ਵੱਲੋਂ ਅਜਿਹਾ ਕਿਹਾ ਜਾਂਦਾ ਹੈ ਤਾਂ ਉਹ ਜਾਲੀ ਹੈ, ਉਸ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਰਾਜਧਾਨੀ ਓਟਵਾ ਵਿੱਚ ਇੱਕ 65 ਸਾਲ ਦੇ ਵਿਅਕਤੀ ਉੱਤੇ ਕਈ ਗੰਭੀਰ ਮਾਮਲੇ ਦਰਜ ਕੀਤੇ ਗਏ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਨਸ਼ਾ ਤਸਕਰੀ ਦਾ ਇਹ ਮਾਮਲਾ ਹੈ। ਮਈ ਮਹੀਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਬਾਅਦ ਲੰਘੇ ਬੁੱਧਵਾਰ ਨੂੰ 5 ਸਰਚ ਵਾਰੰਟ ਕੱਢੇ ਗਏ। ਓਟਵਾ ਦੇ ਵਿੱਚ ਹੀ ਇੱਕ ਘਰ ਦੇ ਵਿੱਚ ਵੀ ਸਰਚ ਵਾਰੰਟ ਕੱਢਿਆ ਗਿਆ ਸੀ, ਜਿਸ ਦੀ ਵੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ 3,70,000 ਸਿਗਰਟਸ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੇ ਉੱਤੇ ਸਟੈਂਪਿੰਗ ਨਹੀਂ ਸੀ। 500 ਕਿਲੋ ਤੰਬਾਕੂ ਬਰਾਮਦ ਕੀਤਾ ਗਿਆ, ਜਿਸ ਦੇ ਉੱਤੇ ਵੀ ਸਟੈਂਪਿੰਗ ਨਹੀਂ ਸੀ ਤੇ ਇਸ ਦੇ ਨਾਲ ਹੀ ਕੈਸ਼ ਵੀ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਦੇ ਬਾਰੇ ਜਦੋਂ ਜਾਣਕਾਰੀ ਦਿੱਤੀ ਹੈ ਤਾਂ ਉਸ ਵਿਅਕਤੀ ਦੇ ਨਾਮ ਨੂੰ ਜਨਤਕ ਨਹੀਂ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਨਾਲ ਹੀ ਹੋਰ ਵੀ ਮਾਮਲੇ ਦਰਜ ਕੀਤੇ ਗਏ ਨੇ ਤੇ ਹੁਣ ਉਸ 65 ਸਾਲ ਦੇ ਵਿਅਕਤੀ ਨੂੰ ਅਕਤੂਬਰ ਮਹੀਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਨੀਪੈਗ ਵਿੱਚ ਕਈ ਥਾਵਾਂ ਦੇ ਉੱਤੇ ਲੁੱਟ ਨੂੰ ਅੰਜਾਮ ਦੇਣ ਵਾਲੇ ਇੱਕ 33 ਸਾਲ ਦੇ ਓਨਟਾਰੀਓ ਦੇ ਰਹਿਣ ਵਾਲੇ ਵਿਅਕਤੀ ਉੱਤੇ 130 ਦੇ ਨੇੜੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਨੇ ਕਿ $1,20,000 ਤੱਕ ਦੇ ਸਮਾਨ ਦਾ ਨੁਕਸਾਨ ਕੀਤਾ।
100 ਤੋਂ ਵੱਧ ਲੋਕਾਂ ਨੂੰ ਉਸਨੇ ਸ਼ਿਕਾਰ ਬਣਾਇਆ। ਮਈ ਮਹੀਨੇ ਤੋਂ ਲੈ ਕੇ ਅਗਸਤ 2022 ਤੱਕ ਕਈ ਥਾਵਾਂ ਦੇ ਉੱਤੇ ਲੁੱਟ ਦੇ ਮਾਮਲੇ ਸਾਹਮਣੇ ਆਏ, ਜਿੱਥੇ ਕਿ ਉਹ ਵਿਅਕਤੀ ਖਾਸ ਤੌਰ ਦੇ ਉੱਤੇ ਉਹ ਅਪਾਰਟਮੈਂਟ ਕੰਪਲੈਕਸ ਜਿੱਥੇ ਕਿ ਬਜ਼ੁਰਗ ਰਹਿੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਨਾਲ ਹੀ ਕਈ ਵਿਅਕਤੀਆਂ ਨੂੰ ਵੀ ਲੁੱਟਦਾ ਸੀ ਤੇ ਉਸਨੇ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਗੱਡੀਆਂ ਵਿੱਚੋਂ ਕੀਮਤੀ ਸਮਾਨ ਵੀ ਚੋਰੀ ਕੀਤਾ। ਜਿਵੇਂ ਕਿ $1,20,000 ਤੱਕ ਦੇ ਸਮਾਨ ਦਾ ਨੁਕਸਾਨ ਕੀਤਾ ਤਾਂ $12,000 ਤੱਕ ਦੇ ਸਮਾਨ ਦੀ ਚੋਰੀ ਕੀਤੀ, ਜਿਸ ਨੇ ਕਿ 26 ਮਈ ਨੂੰ 5 ਕਾਰਾਂ ਦੇ ਸ਼ੀਸ਼ੇ ਤੋੜ ਕੇ ਉਸ ਦੇ ਵਿੱਚੋਂ ਸਮਾਨ ਚੋਰੀ ਕੀਤਾ। ਜੁਲਾਈ 22 ਨੂੰ ਜਿਸ ਨੇ ਕਿ ਇੱਕ ਪੀਜ਼ਾ ਡਿਲੀਵਰ ਕਰਨ ਆਏ ਡਰਾਈਵਰ ਨੂੰ ਲੁੱਟਿਆ, ਜਿਸ ਦਾ ਪਰਸ ਖੋ ਕੇ ਭੱਜ ਗਿਆ ਤੇ 22 ਜੁਲਾਈ ਨੂੰ ਹੀ ਉਸਨੇ 15 ਕਾਰਾਂ ਦੇ ਸ਼ੀਸ਼ੇ ਤੋੜ ਕੇ, ਜੋ ਕਿ ਇੱਕ ਕੌਂਡੋ ਕੰਪਲੈਕਸ 200 ਬਲਾਕ ਦੇ ਉੱਤੇ ਹੈ, ਉਸ ਦੇ ਵਿੱਚੋਂ ਚੋਰੀ ਕੀਤੀ ਤੇ ਉਸਨੇ 29 ਜੁਲਾਈ ਨੂੰ 8 ਕਾਰਾਂ ਦੇ ਸ਼ੀਸ਼ੇ ਤੋੜ ਕੇ ਕਾਰਾਂ ਦੇ ਵਿੱਚੋਂ ਚੋਰੀ ਕੀਤੀ, ਜਿਸ ਦੇ ਵਿੱਚ ਗਿਫਟ ਕਾਰਡ ਤੇ ਹੋਰ ਪਰਸਨਲ ਚੈੱਕ ਸੀ ਲੋਕਾਂ ਦੇ ਤੇ ਇਸ ਦੇ ਨਾਲ ਹੀ ਹੋਰ ਸਮਾਨ ਵੀ ਸੀ, ਜੋ ਕਿ 100 ਬਲਾਕ ਤੇ ਕੂਪਰਸਟਾਊਨ ਰੋਡ ਦੇ ਉੱਤੇ ਇੱਕ ਰੈਜ਼ੀਡੈਂਸ਼ੀਅਲ ਕੰਪਲੈਕਸ ਦੇ ਵਿੱਚ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਉਸ ਦੀ ਪਛਾਣ ਕੀਤੀ। ਅਗਸਤ 12 ਨੂੰ ਉਸ ਨੂੰ ਇੱਕ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ 1200 ਬਲਾਕ ਤੇ ਪਲੈਸਿਸ ਰੋਡ ਦੇ ਉੱਤੇ, ਜਿਸ ਦਾ ਨਾਮ ਬ੍ਰੈਂਟ ਵਰਨਨ ਦੱਸਿਆ ਗਿਆ, ਜਿਸ ਦੇ ਉੱਤੇ ਵੱਡੀ ਗਿਣਤੀ 'ਚ ਮਾਮਲੇ ਦਰਜ ਕੀਤੇ ਗਏ ਨੇ, ਜੋ ਕਿ ਸੈਂਕੜੇ ਤੋਂ ਵੀ ਵੱਧ ਮਾਮਲੇ ਨੇ। ਲੰਘੇ ਸ਼ੁੱਕਰਵਾਰ ਨੂੰ ਸਟ੍ਰੈਥਮੋਰ ਦੇ ਇੱਕ ਕੇਅਰ ਹੋਮ ਵਿੱਚ 63 ਸਾਲ ਦੀ ਇੱਕ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਕਿ ਕਤਲ ਦਾ ਮਾਮਲਾ ਪੁਲਿਸ ਨੇ ਦੱਸਿਆ ਹੈ। ਆਰਸੀਐਮਪੀ ਨੇ ਸੋਮਵਾਰ ਨੂੰ ਇਸ ਦੇ ਬਾਰੇ ਜਾਣਕਾਰੀ ਨੂੰ ਜਨਤਕ ਕੀਤਾ, ਜਿਨ੍ਹਾਂ ਕਿਹਾ ਕਿ ਲੰਘੇ ਸ਼ੁੱਕਰਵਾਰ ਨੂੰ 1:15 ਵਜੇ ਦੇ ਨੇੜੇ ਦਾ ਦੁਪਹਿਰ ਨੂੰ ਸਮਾਂ ਸੀ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਏਜ ਕੇਅਰ ਸੇਜਵੁੱਡ ਦੇ ਵਿੱਚ, ਜੋ ਕਿ ਇੱਕ ਕੇਅਰ ਹੋਮ ਹੈ, ਜਿੱਥੇ ਕਿ ਜਦੋਂ ਪੁਲਿਸ ਨੇ ਪਹੁੰਚ ਕੇ ਦੇਖਿਆ ਤਾਂ ਉੱਥੇ ਇੱਕ ਮ੍ਰਿਤਕ ਔਰਤ ਸੀ। ਮਾਮਲੇ ਦੀ ਜਾਂਚ ਕੀਤੀ ਗਈ ਤਾਂ ਜਦੋਂ ਸ਼ੱਕੀ ਦੀ ਪਛਾਣ ਕੀਤੀ ਗਈ ਤਾਂ ਸ਼ੱਕੀ ਦੇ ਵੀ ਮ੍ਰਿਤਕ ਪਾਏ ਜਾਣ ਦੇ ਬਾਰੇ ਦੱਸਿਆ ਗਿਆ ਕੈਲਗਰੀ ਵਿੱਚ, ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਜੋ ਸ਼ੱਕੀ ਹੈ ਤੇ ਨਾਲ ਹੀ ਜੋ ਮ੍ਰਿਤਕ ਔਰਤ ਪਹਿਲਾਂ ਪਾਈ ਗਈ, ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਪੁਲਿਸ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੀ ਹੈ। ਆਰਸੀਐਮਪੀ ਦੀ ਸੀਰੀਅਸ ਕ੍ਰਾਈਮ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਕਿਹਾ ਹੈ ਕਿ ਦੋਵਾਂ ਜਣਿਆਂ ਦੇ ਪੋਸਟਮਾਰਟਮ ਕਰ ਦਿੱਤੇ ਗਏ ਨੇ ਸੋਮਵਾਰ ਨੂੰ। ਵੈਨਕੂਵਰ ਦੇ ਡਾਊਨਟਾਊਨ ਖੇਤਰ ਵਿੱਚ ਈਸਟ ਸਾਈਡ ਦੇ ਉੱਤੇ ਜਿਹੜੇ ਬੇਘਰ ਰਹਿੰਦੇ ਨੇ ਟੈਂਟ ਲਗਾ ਕੇ, ਉਹਨਾਂ ਵਿੱਚ ਲੰਘੇ ਵੀਕਐਂਡ ਦੇ ਉੱਤੇ ਕੁਝ ਪੋਸਟਰ ਵੰਡੇ ਗਏ, ਜਿਸ ਦੇ ਵਿੱਚ ਧਮਕੀਆਂ ਲਿਖੀਆਂ ਹੋਈਆਂ ਸਨ, ਜਿਸ ਦੇ ਵਿੱਚ ਇੱਥੋਂ ਤੱਕ ਲਿਖਿਆ ਹੋਇਆ ਸੀ ਕਿ ਜੋ ਹੇਸਟਿੰਗਸ ਸਟਰੀਟ ਦੇ ਉੱਤੇ ਕੈਂਪ ਲਾਏ ਹੋਏ ਨੇ ਬੇਘਰਾਂ ਨੇ, ਜੇਕਰ ਉਹਨਾਂ ਨੂੰ ਹਟਾ ਕੇ ਉੱਥੇ ਤੋਂ ਨਹੀਂ ਚਲੇ ਜਾਂਦੇ 1 ਹਫ਼ਤੇ ਦੇ ਅੰਦਰ ਤਾਂ ਉਹਨਾਂ ਦੇ ਟੈਂਟਸ ਦੇ ਉੱਤੇ ਤੇਲ ਪਾ ਕੇ ਫੂਕ ਦਿੱਤਾ ਜਾਵੇਗਾ, ਜਿਸ ਦੇ ਬਾਰੇ ਵੈਨਕੂਵਰ ਪੁਲਿਸ ਦੇ ਵੱਲੋਂ ਅੱਗੇ ਤੋਂ ਅੱਗੇ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਇਹ ਜਾਲੀ ਨੇ, ਇਹਨਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਕਿਸੇ ਵੀ ਅਧਿਕਾਰੀ ਦੇ ਵੱਲੋਂ ਇਹ ਨਹੀਂ ਕੀਤਾ ਗਿਆ, ਸਗੋਂ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇਹ ਪੋਸਟਰ ਫੈਲਾਏ ਗਏ ਨੇ, ਜਿਸ ਸੰਬੰਧੀ ਜਾਂਚ ਵੀ ਖੋਲ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਅੱਗੇ ਜੇਕਰ ਕੋਈ ਵੀ ਇਹਨਾਂ ਪੋਸਟਰਸ ਨੂੰ ਵੰਡਦਾ ਹੋਇਆ ਦਿਖਾਈ ਦਿੰਦਾ ਹੈ ਜਾਂ ਜਿਹਦੇ ਵੱਲੋਂ ਇਹ ਵੰਡੇ ਗਏ ਨੇ ਉਸ ਦੇ ਬਾਰੇ ਕੁਝ ਵੀ ਪਤਾ ਹੋਵੇ ਤਾਂ ਤੁਰੰਤ ਵੈਨਕੂਵਰ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ। ਜੋ ਇਹ ਧਮਕੀਆਂ ਭਰੇ ਫਲਾਇਰ ਨੇ ਇਹ ਉਹਨਾਂ ਥਾਵਾਂ ਦੇ ਉੱਤੇ ਵੀ ਵੰਡੇ ਗਏ ਨੇ ਜੋ ਕਿ ਸੁਪਰਵਾਈਜ਼ਡ ਡਰੱਗ ਇੰਜੈਕਸ਼ਨ ਸਾਈਟ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸ਼ੱਕੀਆਂ ਦੇ ਬਾਰੇ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇ। ਦਰਅਸਲ ਪਿਛਲੇ ਮਹੀਨੇ ਹੇਸਟਿੰਗ ਸਟਰੀਟ ਸਾਈਡਵਾਕਸ ਤੋਂ ਬੇਘਰਾਂ ਦੇ ਜੋ ਟੈਂਟ ਲੱਗੇ ਹੋਏ ਨੇ ਉਹਨਾਂ ਨੂੰ ਹਟਾਉਣ ਦੇ ਵਾਸਤੇ ਫਾਇਰ ਚੀਫ ਦੇ ਵੱਲੋਂ ਕਹਿ ਦਿੱਤਾ ਗਿਆ ਸੀ, ਜਿਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਇਸ ਦੇ ਨਾਲ ਕਾਫੀ ਜ਼ਿਆਦਾ ਖਤਰਾ ਹੈ, ਜਿਸ ਕਰਕੇ ਉਹਨਾਂ ਨੂੰ ਉੱਥੇ ਤੋਂ ਹਟਾਉਣ ਦੇ ਵਾਸਤੇ ਕਿਹਾ ਗਿਆ। ਪਰ ਜਿਵੇਂ ਕਿ ਲੰਘੇ ਮੰਗਲਵਾਰ ਤੱਕ ਤਾਂ ਅਧਿਕਾਰੀਆਂ ਦੇ ਵੱਲੋਂ ਸੜਕ ਨੂੰ ਰੋਕ ਕੇ ਉਹਨਾਂ ਨੂੰ ਉੱਥੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਬਾਅਦ ਵਿੱਚ ਉਹ ਬੇਘਰ ਉੱਥੇ ਦੁਬਾਰਾ ਤੋਂ ਆ ਗਏ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਉੱਥੇ ਤੋਂ ਜਾਣ ਕਿੱਥੇ, ਉਹਨਾਂ ਦੇ ਕੋਲ ਰਹਿਣ ਦੇ ਵਾਸਤੇ ਹੋਰ ਕੋਈ ਵੀ ਥਾਂ ਨਹੀਂ ਹੈ। ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਫਿਲਹਾਲ ਤਾਂ ਕੁਝ ਹੋਰ ਨਹੀਂ ਕਿਹਾ ਜਾ ਰਿਹਾ, ਪਰ ਇਸ ਦੌਰਾਨ ਜਿਸ ਦੇ ਵੱਲੋਂ ਵੀ ਇਹ ਸ਼ਰਾਰਤ ਕੀਤੀ ਜਾ ਰਹੀ ਹੈ ਉਸ ਸੰਬੰਧੀ ਜਾਂਚ ਜਾਰੀ ਹੈ। ਸਰੀ ਦੇ ਰਹਿਣ ਵਾਲੇ ਪੰਜਾਬੀ ਟਰੱਕ ਡਰਾਈਵਰ ਸਰਬਜੀਤ ਚਾਹਲ ਨੂੰ 4 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਅਮਰੀਕਾ ਤੋਂ ਕੈਨੇਡਾ ਵਿੱਚ ਨਸ਼ਾ ਲਿਆਉਂਦੇ ਹੋਏ ਉਸ ਨੂੰ ਕਾਬੂ ਕੀਤਾ ਗਿਆ ਸੀ, ਜੋ ਕਿ ਟਰੱਕ ਦੇ ਰਾਹੀਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ। BCRCMP ਦੇ ਅਧਿਕਾਰੀਆਂ ਨੇ 15 ਅਗਸਤ ਨੂੰ ਦੱਸਿਆ ਕਿ 33 ਕਿਲੋ ਮੈਥਮਫੈਟਾਮਾਈਨ ਬਰਾਮਦ ਕੀਤੀ ਗਈ ਸੀ, ਜੋ ਕਿ ਉਹ ਅਮਰੀਕਾ ਤੋਂ ਕੈਨੇਡਾ ਵਿੱਚ ਲਿਆ ਰਿਹਾ ਸੀ ਬਾਰਡਰ ਦੇ ਰਾਹੀਂ। ਨਵੰਬਰ 18, 2018 ਨੂੰ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੇ ਉਸਦੇ ਟਰੱਕ ਦੀ ਜਦੋਂ ਜਾਂਚ ਕੀਤੀ ਤਾਂ ਉਸ ਦੇ ਵਿੱਚ ਨਸ਼ਾ ਪਾਇਆ, ਜੋ ਕਿ ਪੈਸੀਫਿਕ ਹਾਈਵੇ ਬਾਰਡਰ ਕ੍ਰਾਸਿੰਗ ਦੇ ਰਾਹੀਂ ਸਰੀ ਵਿੱਚ ਦਾਖਲ ਹੋ ਰਿਹਾ ਸੀ।
ਤੇ ਉਸ ਮੌਕੇ ਸਰਬਜੀਤ ਚਾਹਲ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੇ ਉੱਤੇ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਦੀ ਸੁਣਵਾਈ ਨਿਊ ਵੈਸਟਮਿੰਸਟਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਚੱਲ ਰਹੀ ਸੀ, ਜਿਸ ਤੋਂ ਬਾਅਦ ਜੁਲਾਈ 22 ਨੂੰ ਉਸ ਨੂੰ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ ਚਾਹਲ ਨੇ ਇਹ ਵੀ ਮੰਨਿਆ, ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਉਹ ਅਜਿਹਾ ਇਸ ਕਰਕੇ ਕਰ ਰਿਹਾ ਸੀ ਕਿਉਂਕਿ ਉਸ ਨੂੰ ਕਿਸੇ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੁਣ ਜਿਵੇਂ ਕਿ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ ਤਾਂ 4 ਸਾਲ ਦੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਟੈਰੇਸ ਆਰਸੀਐਮਪੀ ਨੇ ਇਸ ਔਰਤ ਨੂੰ ਲੱਭਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਹੈ, ਜਿਨ੍ਹਾਂ ਦਾ ਨਾਮ ਜਸਵਿੰਦਰ ਤੱਗਰ ਹੈ, ਜਿਨ੍ਹਾਂ ਨੂੰ ਆਖਰੀ ਵਾਰ ਜੁਲਾਈ 17, 2022 ਦੀ ਸਵੇਰ ਨੂੰ ਦੇਖਿਆ ਗਿਆ ਸੀ ਉਹਨਾਂ ਦੇ ਘਰ ਦੇ ਨੇੜੇ, ਜਿਨ੍ਹਾਂ ਦੇ ਬਾਰੇ ਦੱਸਿਆ ਗਿਆ ਹੈ ਕਿ ਜਦੋਂ ਉਹ ਘਰ ਤੋਂ ਗਏ ਨੇ ਤਾਂ ਉਹਨਾਂ ਦੇ ਕੋਲ ਉਹਨਾਂ ਦਾ ਪਰਸ, ਸੈੱਲਫੋਨ ਜਾਂ ਕੋਈ ਆਈਡੀ ਵੀ ਸ਼ਾਇਦ ਨਹੀਂ ਹੈ, ਜਿਨ੍ਹਾਂ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਜ਼ਿਆਦਾ ਚਿੰਤਾ ਹੋ ਰਹੀ ਹੈ ਕਿ ਉਹ ਠੀਕ-ਠਾਕ ਹੋਣ। ਜੇਕਰ ਕਿਸੇ ਨੇ ਵੀ ਜਸਵਿੰਦਰ ਤੱਗਰ ਨੂੰ ਕਿਤੇ ਵੀ ਦੇਖਿਆ ਹੋਵੇ ਤਾਂ ਤੁਰੰਤ ਟੈਰੇਸ ਆਰਸੀਐਮਪੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜੋ ਕਿ ਜਿਵੇਂ ਪੰਜਾਬੀ ਨੇ, 59 ਸਾਲ ਇਹਨਾਂ ਦੀ ਉਮਰ ਹੈ, 5 ਫੁੱਟ 1 ਇੰਚ ਦੇ ਕਰੀਬ ਕੱਦ ਹੈ, 55 ਕਿਲੋ ਭਾਰ ਹੈ, ਕਾਲੇ ਵਾਲ ਨੇ, ਭੂਰੀਆਂ ਅੱਖਾਂ ਨੇ। ਟੈਰੇਸ ਆਰਸੀਐਮਪੀ ਨਾਲ 2506387400 ਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਸਰੀ ਵਿੱਚ ਇੱਕ ਘਰ ਦੇ ਉੱਤੇ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਤੋਂ ਬਾਅਦ ਇੱਕ ਥਾਂ ਦੇ ਉੱਤੇ ਇੱਕ ਵਾਹਨ ਮਿਲਿਆ ਜਿਸ ਨੂੰ ਅੱਗ ਲਗਾ ਦਿੱਤੀ ਗਈ ਸੀ। ਐਤਵਾਰ ਦੀ ਸਵੇਰ ਨੂੰ 176 ਸਟਰੀਟ ਤੇ 26 ਐਵੇਨਿਊ ਦੇ ਨੇੜੇ ਸਵੇਰ ਦੇ 1 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਕਿ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ, ਜਿੱਥੇ ਕਿ ਚਸ਼ਮਦੀਦਾ ਨੇ ਦੇਖਿਆ ਕਿ ਗੋਲੀਆਂ ਚਲਾਈਆਂ ਗਈਆਂ ਘਰ ਦੇ ਉੱਤੇ, ਜਿਸ ਤੋਂ ਬਾਅਦ ਇੱਕ ਵਾਹਨ ਦੇ ਵਿੱਚ ਸ਼ੱਕੀ ਵਿਅਕਤੀ ਫਰਾਰ ਹੋ ਗਏ। ਜਦੋਂ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਘਰ ਦੇ ਵਿੱਚ ਗੋਲੀ ਲੱਗਣ ਦੇ ਨਿਸ਼ਾਨ ਸਨ। ਬਚਾ ਰਿਹਾ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਕੁਝ ਦੇਰ ਬਾਅਦ ਹੀ ਇਹ ਰਿਪੋਰਟ ਸਾਹਮਣੇ ਆਈ ਕਿ 28 ਐਵੇਨਿਊ ਤੇ 194 ਏ ਸਟਰੀਟ ਦੇ ਉੱਤੇ ਇੱਕ ਵਾਹਨ ਮਿਲਿਆ ਜਿਸ ਨੂੰ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹਨਾਂ ਦੋਵੇਂ ਮਾਮਲਿਆਂ ਦਾ ਇੱਕ ਦੂਜੇ ਨਾਲ ਸੰਬੰਧ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਨੇ ਉਸ ਵਾਹਨ ਨੂੰ ਅੱਗ ਲਗਾ ਦਿੱਤੀ ਤੇ ਜਿਸ ਵਾਹਨ ਦੇ ਵਿੱਚ ਉਹ ਗੋਲੀਆਂ ਚਲਾਉਣ ਦੇ ਲਈ ਆਏ ਸੀ। ਬਾਕੀ ਇਸ ਮਾਮਲੇ ਉੱਤੇ ਹਜੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹਮਲੇ ਦਾ ਇਹ ਮਾਮਲਾ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਦੇ ਨਾਲ ਸੰਬੰਧਿਤ ਹੈ ਜਾਂ ਨਹੀਂ, ਜਿਸ ਦੇ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਸਰੀ ਆਰਸੀਐਮਪੀ ਨਾਲ 604 59 90 502 ਤੇ ਫੋਨ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।